ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਕੋਮਲ ਔਰ ਅੱਜ ਅਸੀਂ ਗੱਲ ਕਰਾਂਗੇ ਮਜ਼ਬੂਤ ਹੋਣ ਦਾ ਫਾਇਦਾ ਉਦੋਂ ਹੀ ਹੈ ਜਦੋਂ ਸਾਰੀ ਦੁਨੀਆ ਕਮਜ਼ੋਰ ਕਰਨ ਤੇ ਤੁਲੀ ਹੋਵੇ। ਮਜ਼ਬੂਤ ਬੰਦਾ ਉਦੋਂ ਹੁੰਦਾ ਜਦੋਂ ਕੋਈ ਡੀਮੋਟੀਵੇਟ ਕਰਦਾ ਹੈ ਤੇ ਜਦੋਂ ਕੋਈ ਕਿਸੇ ਨੂੰ ਕੋਈ ਬੰਦਾ ਮੋਟੀਵੇਟ ਕਰਦਾ ਹੈ ਤੇ ਮੈਂ ਕਹਿੰਦੀ ਉਹ ਪੂਰੀ ਦੁਨੀਆ ਵਿੱਚ ਆਪਣਾ ਇੱਕ ਐਸਾ ਨਾਮ ਕਮਾਉਂਦਾ ਹੈ, ਇੱਕ ਐਸਾ ਨਾਮਣਾ ਬਣਾਉਂਦਾ ਹੈ ਕਿ ਸਾਰੀ ਦੁਨੀਆ ਉਹਨਾਂ ਨੂੰ ਵਾਹ ਕਰਦੀ ਹੈ ਔਰ ਸਲੂਟ ਕਰਦੀ ਹੈ। ਅੱਜ ਅਸੀਂ ਸਟੋਰੀ ਤੁਹਾਡੇ ਰੂਬਰੂ ਇਸ ਤਰ੍ਹਾਂ ਦੀ ਹੀ ਲੈ ਕੇ ਆ ਰਹੇ ਹਾਂ ਕਿ ਤੁਸੀਂ ਖੁਦ ਕਹੋਗੇ ਕਿ ਵਾਹ ਕੀ ਬਾਤ ਹੈ। ਇਨਸਾਨ ਹੋਵੇ ਤੇ ਇਸੇ ਤਰ੍ਹਾਂ ਦਾ, ਮਜ਼ਬੂਤੀ ਹੋਵੇ ਤੇ ਇਸੇ ਤਰ੍ਹਾਂ ਦੀ, ਤੇ ਜਜ਼ਬਾ ਹੋਵੇ ਤੇ ਇਸੇ ਤਰ੍ਹਾਂ ਦਾ। ਆਓ ਉਸ ਜਜ਼ਬੇ ਨੂੰ ਕਰਦੇ ਹਾਂ ਸਲਾਮ ਤੇ ਕਰਦੇ ਹਾਂ ਗੱਲਬਾਤ ਜੀ ਸਾਡੇ ਪੰਜਾਬ ਦੇ ਵਰਲਡ ਫੇਮਸ ਕ੍ਰਿਕਟਰ ਤਜਿੰਦਰ ਪਾਲ ਜੀ ਨਾਲ। ਤਜਿੰਦਰ ਪਾਲ ਜੀ, ਸਭ ਤੋਂ ਪਹਿਲਾਂ ਸੇਂਟ ਸੋਲਜਰ ਟਾਈਮ ਵੀ ਤੁਹਾਡਾ ਬਹੁਤ ਬਹੁਤ ਸਵਾਗਤ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ। ਸਭ ਤੋਂ ਪਹਿਲਾਂ ਤੇ ਆਪਣੀ ਜਰਨੀ ਬਾਰੇ ਦੱਸੋ ਜੀ। ਹਾਂਜੀ, ਮੇਰੀ ਜਿਹੜੀ ਜਰਨੀ ਆ ਜੀ, ਜਿਹੜੀ ਇੰਟਰਨੈਸ਼ਨਲ ਜਰਨੀ ਹੈ ਉਹ ਮੇਰੀ 2014 ਤੋਂ ਸਾਊਥ ਅਫਰੀਕਾ ਕੇਪਟਾਊਨ ਵਿਖੇ ਜਿਹੜਾ ਵਰਲਡ ਕੱਪ ਹੋਇਆ ਸੀ ਉੱਥੋਂ ਸਟਾਰਟ ਹੋਈ ਜੀ। ਤੇ ਫਿਰ ਉਸ ਤੋਂ ਬਾਅਦ 2015 ਦੇ ਵਿੱਚ ਇੰਗਲੈਂਡ ਟੂਰ ODI ਐਂਡ T20 ਜੀ। ਹਾਂਜੀ। ਤੇ ਬਾਕੀ ਜਿਹੜਾ ਮੇਰਾ ਘਰੇਲੂ ਜਰਨੀ ਸਟਾਰਟ ਹੋਈ ਸੀ ਉਹ 96-97 ਤੋਂ, ਜਦੋਂ ਮੈਂ ਐਕਚੁਅਲੀ ਗਿਰਨ ਦੇ ਕਾਰਨ ਬਲਾਈਂਡ ਹੋ ਗਿਆ ਤਾਂ ਫਿਰ ਮੈਂ ਦੇਹਰਾਦੂਨ ਚਲਾ ਗਿਆ। ਦੇਹਰਾਦੂਨ ਮੇਰਾ ਐਡਮਿਸ਼ਨ ਹੋ ਗਿਆ ਤੇ ਉੱਥੇ ਬੱਚੇ ਖੇਡਦੇ ਹੁੰਦੇ ਸੀ, ਉਹਨਾਂ ਨੂੰ ਦੇਖ ਦੇਖ ਕੇ ਮੈਂ ਸਿੱਖਿਆ। ਤੇ ਫਿਰ ਮੇਰੇ ਬੈਟ ਤੇ ਬੋਲ ਅੱਛਾ ਹੁੰਦਾ ਸੀ ਤੇ ਜਦੋਂ ਬੋਲ ਅੱਛਾ ਹੁੰਦਾ ਸੀ ਤਾਂ ਛੋਟੇ ਛੋਟੇ ਮੈਚਾਂ 'ਚ ਵੱਡੇ ਵੱਡੇ ਸਕੋਰ ਕਰਨ ਲੱਗ ਪਿਆ ਤੇ ਇੱਥੋਂ ਮੇਰੀ ਜਰਨੀ ਸਟਾਰਟ ਹੋ ਗਈ। ਜਿਹੜੀ ਜਰਨੀ ਉੱਥੋਂ ਸਟਾਰਟ ਹੋ ਕੇ ਫਿਰ ਮੈਂ ਉਸ ਤੋਂ ਬਾਅਦ ਪੰਜਾਬ ਆ ਗਿਆ ਤੇ ਪੰਜਾਬ ਆ ਕੇ ਪੰਜਾਬ ਦੀ ਟੀਮ ਵੱਲੋਂ ਖੇਡਣਾ ਸ਼ੁਰੂ ਕਰ ਦਿੱਤਾ। ਜੀ, ਤੁਸੀਂ ਇੰਟਰਨੈਸ਼ਨਲ ਤੇ ਰਿਪਰੈਜ਼ੈਂਟ ਕੀਤਾ ਹੈ, ਕਿਵੇਂ ਦਾ ਰਿਹਾ ਉਹ ਸਫ਼ਰ? ਮੈਮ, ਜਿਹੜਾ ਇੰਟਰਨੈਸ਼ਨਲ ਤੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਹੈ ਉਹ ਸਫ਼ਰ ਬਹੁਤ ਵਧੀਆ ਰਿਹਾ। ਅਲੱਗ-ਅਲੱਗ ਟੀਮਾਂ ਦੇ ਨਾਲ ਖੇਡਣ ਦਾ ਅਨੁਭਵ ਮਿਲਿਆ। ਇੰਗਲੈਂਡ, ਆਸਟ੍ਰੇਲੀਆ, ਬੰਗਲਾਦੇਸ਼, ਸ਼੍ਰੀਲੰਕਾ, ਪਾਕਿਸਤਾਨ ਤੇ ਹੋਰ ਵੀ ਟੀਮਾਂ ਸੀ ਜਿਨ੍ਹਾਂ ਨਾਲ ਖੇਡ ਕੇ ਬੜਾ ਅਨੁਭਵ ਮਿਲਿਆ। ਉਹਨਾਂ ਦੇ ਕਲਚਰ ਨੂੰ ਜਾਣਨ ਦਾ ਮੌਕਾ ਮਿਲਿਆ ਤੇ ਉਹਨਾਂ ਨਾਲ ਖੇਡੇ ਤੇ ਸਾਨੂੰ ਪਤਾ ਲੱਗਾ ਕਿ ਹਾਂ ਵਾਕਈ ਉਹਨਾਂ ਦੇ ਦੇਸ਼ ਦੇ ਵਿੱਚ ਵੀ ਕ੍ਰਿਕਟ ਕਾਫੀ ਵਿਕਸਿਤ ਹੋ ਰਿਹਾ, ਖਾਸ ਕਰਕੇ ਬਲਾਈਂਡ ਕ੍ਰਿਕਟ ਤੇ ਬਹੁਤ ਅੱਛੀ ਤਰ੍ਹਾਂ ਨਾਲ ਡਿਵੈਲਪ ਕਰ ਰਹੇ ਆ ਉਹ ਵੀ। ਜੀ। ਤਜਿੰਦਰ ਪਾਲ ਜੀ, ਮਤਲਬ ਇੱਕ ਬਲਾਈਂਡ ਕ੍ਰਿਕਟਰ ਕਿਵੇਂ ਹੋ ਸਕਦਾ ਹੈ? ਮੈਮ, ਇੱਕ ਬਲਾਈਂਡ ਕ੍ਰਿਕਟਰ ਕਿਵੇਂ ਹੋ ਸਕਦਾ, ਇਹਦੇ ਕੁਛ ਰੂਲ ਰੈਗੂਲੇਸ਼ਨ ਹੁੰਦੇ ਆ। ਇਹਦੇ ਵਿੱਚ ਤੇ 3 ਕੈਟਾਗਰੀਜ਼ ਹੁੰਦੀਆਂ, V1 V2 V3। ਜਿਹੜੀ V1 ਕੈਟਾਗਰੀਜ਼ ਹੁੰਦੀ ਹੈ ਮੈਮ, ਉਹਦੇ ਵਿੱਚ 4 ਪਲੇਅਰ ਖੇਡਦੇ ਆ ਜਿਨ੍ਹਾਂ ਨੂੰ ਬਿਲਕੁਲ ਨਹੀਂ ਦਿਖਾਈ ਦਿੰਦਾ, 100% ਬਲਾਈਂਡ ਹੁੰਦੇ ਆ ਉਹ। ਤੇ ਇੱਕ ਕੈਟਾਗਰੀਜ਼ ਹੁੰਦੀ ਆ V2 ਕੈਟਾਗਰੀਜ਼। V2 ਕੈਟਾਗਰੀ ਦੇ ਵਿੱਚ 3 ਪਲੇਅਰ ਖੇਡਦੇ ਆ, ਉਹਨਾਂ ਨੂੰ 6 ਮੀਟਰ ਤੱਕ ਦਿਖਾਈ ਦਿੰਦਾ। ਤੇ ਤੀਸਰੀ ਕੈਟਾਗਰੀਜ਼ ਹੁੰਦੀ ਆ B3 ਕੈਟਾਗਰੀਜ਼। ਜਿਹੜੀ B3 ਕੈਟਾਗਰੀਜ਼ ਹੁੰਦੀ ਆ ਉਹਦੇ ਵਿੱਚ 4 ਪਲੇਅਰਸ ਖੇਡਦੇ ਆ ਤੇ ਉਹਨਾਂ ਨੂੰ 6 ਮੀਟਰ ਤੱਕ ਦਿਖਾਈ ਦਿੰਦਾ। B2 ਨੂੰ 4 ਮੀਟਰ ਤੱਕ ਤੇ B3 ਨੂੰ 6 ਮੀਟਰ ਤੱਕ ਦਿਖਾਈ ਦਿੰਦਾ। ਤੇ ਇਹਨਾਂ 3 ਕੈਟਾਗਰੀਜ਼ ਦੇ ਨਾਲ ਮਿਲ ਕੇ ਟੀਮ ਬਣਦੀ ਆ। ODI ਵਾਸਤੇ ਤਾਂ T20 ਵਾਸਤੇ ਇੱਕ ਪਲੇਅਰ ਐਕਸਟਰਾਸ ਹੁੰਦਾ ਜੀ। ਤੇ ਮਤਲਬ ਤੁਸੀਂ ਆਪਣੀ ਜਰਨੀ ਵਿੱਚ ਬਹੁਤ ਜ਼ਿਆਦਾ ਉਤਾਰ ਚੜਾਵ ਦੇਖੇ ਨੇ, ਕੀ ਦਿੱਕਤਾਂ ਆਈਆਂ? ਮੈਮ, ਦਿੱਕਤਾਂ ਤਾਂ ਜਿੱਦਾਂ ਸ਼ੁਰੂ ਤੋਂ ਆਉਂਦੀਆਂ ਹੀ ਰਹੀਆਂ। ਜਿੱਦਾਂ ਇਹ ਡਿਸੀਬਲ ਕ੍ਰਿਕਟ ਸੀ, ਜ਼ਿਆਦਾ ਸਪੋਂਸਰ ਨਹੀਂ ਮਿਲਦੇ ਹੁੰਦੇ ਸੀ ਤੇ ਸਭ ਕੁਝ ਘਰੋਂ ਹੀ ਕਰਦੇ ਹੁੰਦੇ ਸੀ ਤੇ ਮਿਹਨਤ ਕੀਤੀ, ਘਰੋਂ ਸਭ ਕੁਝ ਲਿਆ ਤੇ ਮਿਹਨਤ ਕੀਤੀ। ਫਿਰ ਜਦੋਂ ਇੰਡੀਆ ਖੇਡੇ ਤਾਂ ਉਹ ਜਿਹੜੀ ਮਿਹਨਤ ਲੱਗੀ ਸੀ ਤੇ ਉਹ ਕਿਤੇ ਨਾ ਕਿਤੇ ਫਿਰ ਉਸ ਨੂੰ ਫਲ ਲੱਗਾ ਤੇ ਉਹ ਦਿਖਿਆ ਸਾਰਿਆਂ ਨੂੰ। ਤੇ ਘਰ ਵਿੱਚ ਕਿੱਦਾਂ ਦਾ ਰਿਸਪੌਂਸ ਰਿਹਾ? ਕਿਵੇਂ ਦੇ ਮਤਲਬ ਤੁਹਾਨੂੰ ਉਹਨਾਂ ਨੇ ਡੀਮੋਟੀਵੇਟ ਕੀਤਾ ਜਾਂ ਫਿਰ ਤੁਹਾਨੂੰ ਮੋਟੀਵੇਟ ਕੀਤਾ? ਮੈਮ, ਘਰ ਦੇ ਤਾਂ ਮੋਟੀਵੇਟ ਹੀ ਕਰਦੇ ਹੁੰਦੇ ਆ, ਡੀਮੋਟੀਵੇਸ਼ਨ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਫਿਰ ਐਕਚੁਅਲੀ ਜਦੋਂ ਬਲਾਈਂਡ ਹੋ ਗਿਆ ਸੀ ਤਾਂ ਘਰਦਿਆਂ ਨੂੰ ਪਤਾ ਨਹੀਂ ਸੀ, ਹੈ ਨਾ। ਤੇ ਫਿਰ ਮੈਂ ਹੋਸਟਲ 'ਚ ਰਹਿੰਦਾ ਸੀ ਉੱਥੇ ਦੇਹਰਾਦੂਨ ਤੋਂ, ਉਦੋਂ ਉਹਨਾਂ ਨੂੰ ਪਤਾ ਨਹੀਂ ਸੀ। ਫਿਰ ਮੇਰਾ ਜਦੋਂ ਇੱਥੇ ਆ ਗਿਆ, ਮੈਂ ਪੰਜਾਬ ਦੇ ਵਿੱਚ ਮੇਰਾ ਐਡਮਿਸ਼ਨ ਹੋ ਗਿਆ ਚੰਡੀਗੜ੍ਹ DAV ਕਾਲਜ ਦੇ ਵਿੱਚ। ਮੈਂ ਗ੍ਰੈਜੂਏਸ਼ਨ ਕੀਤੀ 10 ਸੈਕਟਰ DAV ਕਾਲਜ ਚੰਡੀਗੜ੍ਹ। ਤੇ ਫਿਰ ਥੋੜ੍ਹਾ ਜਿਹਾ ਘਰਦਿਆਂ ਦੇ ਨਜ਼ਦੀਕ ਆ ਗਿਆ ਸੀ, ਆਉਣ ਜਾਣ ਲੱਗ ਪਿਆ ਤੇ ਉਹਨਾਂ ਨੂੰ ਥੋੜ੍ਹਾ ਜਿਹਾ ਪਤਾ ਲੱਗਣ ਲੱਗ ਪਿਆ। ਫਿਰ ਉਸ ਤੋਂ ਬਾਅਦ ਮੈਂ MA ਕੀਤੀ PU ਤੋਂ, ਪੰਜਾਬ ਯੂਨੀਵਰਸਿਟੀ ਤੋਂ ਤੇ ਡਿਪਾਰਟਮੈਂਟ ਆਫ ਹਿੰਦੀ ਤੋਂ। ਤੇ ਫਿਰ ਇੱਦਾਂ ਹੀ ਘਰਦਿਆਂ ਦੇ ਨਜ਼ਦੀਕ ਆ ਗਿਆ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਹਾਂ ਇਹ ਜਿਹੜੇ ਡਿਸੇਬਲ ਹੁੰਦੇ ਆ ਇਹ ਕੁਛ ਕਰ ਸਕਦੇ ਆ। ਇਹ ਇੱਦਾਂ ਹੀ ਕਰ ਸਕਦੇ ਜਿੱਦਾਂ ਨੋਰਮਲਸ ਕਰਦੇ ਆਪਣੀ ਕੰਟਰੀਜ਼ ਵਾਸਤੇ, ਆਪਣੀ ਸਟੇਟਸ ਵਾਸਤੇ।
ਤੇ ਹਾਂਜੀ ਬਹੁਤ ਵੱਡੀ ਗੱਲ ਹੈ, ਬਹੁਤ ਮਾਣ ਵਾਲੀ ਗੱਲ ਹੈ। ਮੈਂ ਡੀਮੋਟੀਵੇਟ ਇਸ ਲਈ ਪੁੱਛਿਆ ਕਿਉਂਕਿ ਜਦੋਂ ਆਪਣੇ ਬੱਚੇ ਨੂੰ ਕੋਈ ਵੀ ਖਰੋਚ ਆ ਜਾਂਦੀ ਹੈ ਤੇ ਮਾਂ ਦੀ ਹਾਂ ਨਿਕਲ ਜਾਂਦੀ ਹੈ। ਸੋ ਬਹੁਤ ਵੱਡੀ ਤੁਹਾਡਾ ਟ੍ਰੈਜਡੀ ਹੋਈ ਹੈ। ਇਹ ਟ੍ਰੈਜਡੀ ਹੋਈ ਕਿਵੇਂ? ਕਦੀ ਉਹਨਾਂ ਨੇ ਕਿਹਾ ਹੋਵੇ ਕਿ ਬੱਚੇ ਹੁਣ ਇਹ ਚੀਜ਼ ਹੋ ਗਈ ਹੈ ਤੇ ਤੂੰ ਸਾਡੇ ਕੋਲ ਹੀ ਰਹਿ, ਕਦੀ ਉਹਨਾਂ ਨੇ ਇਦਾਂ ਕਿਹਾ ਹੋਵੇ? ਹਾਂਜੀ ਮੈਮ, ਇਹ ਜਿਹੜੀ ਟ੍ਰੈਜਡੀ ਹੋਈ ਸੀ ਬਚਪਨ ਦੇ ਵਿੱਚ, ਮੈਂ ਆਪਣੇ ਪਿੰਡ ਗਿਆ ਸੀ ਨਵਾਂ ਸ਼ਹਿਰ ਜੀ। ਤੇ ਉੱਥੇ ਮੈਂ ਡਿੱਗ ਗਿਆ ਸੀ। ਉਹ ਡਿੱਗਣ ਪਾਣੀ ਦੇ ਵਿੱਚ ਡਿੱਗ ਪਿਆ ਸੀ, ਜਿਹੜੀਆਂ ਬਈਆਂ ਜੀਆਂ ਆਊਟਸਾਈਡਰ ਬਣੀਆਂ ਹੁੰਦੀਆਂ। ਤੇ ਜਦੋਂ ਮੈਂ ਉਹਨਾਂ ਦੇ ਵਿੱਚ ਡਿੱਗ ਪਿਆ ਤੇ ਮੇਰੀ ਆਈਜ਼ ਦੇ ਵਿੱਚ ਪਾਣੀ ਚਲਾ ਗਿਆ ਸੀ, ਜਿਹੜੀ ਖਿਆਲੀ ਜਿਹੀ ਹੁੰਦੀ ਹੈ ਉਹ ਚਲੀ ਗਈ ਸੀ। ਤਾਂ ਉਸ ਤੋਂ ਬਾਅਦ ਡਾਕਟਰ ਨੇ ਟੈਬਲੇਟਸ ਦਿੱਤੀਆਂ, ਉਹ ਮੇਰੀ ਬੇਨਸ ਤੇ ਰਿਐਕਸ਼ਨ ਕਰ ਗਈਆਂ ਹੈ ਨਾ, ਜਾਂ ਫਿਰ ਉਹ ਪਾਣੀ ਚਲਾ ਗਿਆ ਬੇਨਸ ਦੇ ਵਿੱਚ, ਉਦੋਂ ਰਿਐਕਸ਼ਨ ਹੋ ਗਿਆ ਹੈ ਨਾ। ਤੇ ਉਸ ਤੋਂ ਬਾਅਦ ਮੈਂ ਬਲਾਈਂਡ ਹੋ ਗਿਆ। ਤੇ ਫਿਰ ਘਰਦਿਆਂ ਨੇ ਤਾਂ ਕਦੇ ਵੀ ਇਹ ਨਹੀਂ ਸੋਚਿਆ ਕਿ ਇਦਾਂ ਆ। ਉਹਨਾਂ ਨੂੰ ਪਤਾ ਲੱਗ ਗਿਆ ਸੀ ਥੋੜ੍ਹਾ ਕਿ ਇਹ ਜਿਹੜੇ ਜਦੋਂ ਬੱਚਾ ਬਲਾਈਂਡ ਹੋ ਜਾਵੇ ਕਿ ਉਹ ਪੜ੍ਹ ਸਕਦਾ ਆ, ਉਹ ਸਾਰਾ ਕੁਝ ਕਰ ਸਕਦਾ ਹੈ। ਉਹਨਾਂ ਨੂੰ ਪਤਾ ਸੀ ਇਸ ਚੀਜ਼ ਬਾਰੇ, ਥੋੜ੍ਹਾ ਜਿਹਾ ਪਤਾ ਸੀ। ਫਿਰ ਬਾਕੀ ਜਦੋਂ ਮੈਂ ਕਰਦਾ ਗਿਆ ਤਾਂ ਉਹਨਾਂ ਨੂੰ ਪਤਾ ਲੱਗਦਾ ਗਿਆ ਲੌਂਗ ਟਾਈਮ। ਕੋਈ ਇਹੋ ਜਿਹਾ ਸ਼ਖਸ ਮਿਲਿਆ ਹੋਵੇ ਜਿਹਨੇ ਡੀਮੋਟੀਵੇਟ ਕੀਤਾ ਹੋਵੇ? ਨਹੀਂ ਮੈਮ, ਡੀਮੋਟੀਵੇਟ ਕਰਨ ਵਾਲੇ ਤਾਂ ਇਦਾਂ ਫਿਰ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਹਰ ਕਦਮ 'ਤੇ ਹੀ ਮਿਲਦੇ ਹੈ ਨਾ। ਤੇ ਪਰ ਜੇ ਉਹਨਾਂ ਦੀ ਸੋਚ ਦੇ ਨਾਲ ਆਪਾਂ ਚੱਲਦੇ ਰਹੀਏ ਤਾਂ ਫਿਰ ਮੈਡਮ ਅਸੀਂ ਇੱਥੇ ਨਹੀਂ ਹੁੰਦੇ ਅੱਜ। ਅੱਜ ਉਹ ਮੋਟੀਵੇਟ ਕਰਦੇ ਸੀ ਤਾਂ ਫਿਰ ਉਹਨਾਂ ਦੇ ਹਿਸਾਬ ਨਾਲ ਹੁੰਦੇ ਨਾ। ਤੇ ਅੱਜ ਜਿਹੜੇ ਡੀਮੋਟੀਵੇਸ਼ਨ ਕਰਦੇ ਹੁੰਦੇ ਸੀ ਤਾਂ ਅੱਜ ਉਹ ਕਿੱਥੇ ਆ ਤੇ ਅਸੀਂ ਕਿੱਥੇ ਆ। ਉਹਦਾ ਇਹੀ ਆ ਜੀ ਪ੍ਰਣਾਮ ਕਿ ਅਸੀਂ ਅੱਜ ਆਪਣਾ ਮਿਹਨਤ ਕੀਤੀ, ਉਹਨਾਂ ਵੱਲ ਧਿਆਨ ਨਹੀਂ ਦਿੱਤਾ ਤੇ ਅਸੀਂ ਮਿਹਨਤ ਕਰਕੇ ਹੀ ਉਹਨਾਂ ਨੂੰ ਜਵਾਬ ਦਿੰਦੇ ਹਾਂ। ਤਾਂ ਆਈ ਹੋਪ ਆ ਕਿ ਅੱਗੇ ਵੀ ਦੇਵਾਂਗੇ ਜੀ। ਬਿਲਕੁਲ। ਸੋ ਦੋਸਤੋ, ਜਿਹੜਾ ਮੈਂ ਕੁਐਸਚਨ ਕਰ ਰਹੀ ਹਾਂ ਕਿ ਡੀਮੋਟੀਵੇਟ ਕਿੰਨਿਆਂ ਨੇ ਕੀਤਾ, ਇਹ ਲਾਈਫ 'ਚ ਬਹੁਤ ਇੰਪੋਰਟੈਂਟ ਵਾਲਾ ਕੁਐਸਚਨ ਹੈ ਕਿਉਂਕਿ ਲੋਕ ਬੜਾ ਕੁਝ ਕਹਿੰਦੇ ਨੇ, ਯਾਰ ਤੂੰ ਇਹ ਕੰਮ ਨਹੀਂ ਕਰ ਨਹੀਂ ਸਕਦਾ ਤੇ ਤੂੰ ਇਹ ਹੋਣਾ ਨਹੀਂ। ਪਰ ਦੇਖੋ, ਉਹਨਾਂ ਨੇ ਆਪਣੀ ਲਾਈਫ ਵਿੱਚ ਸਟਰਗਲ ਕੀਤੀ, ਮਿਹਨਤ ਕੀਤੀ ਔਰ ਅੱਗੇ ਆਏ। ਸੋ ਜਿਹੜਾ ਵੀ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਨੇ, ਇਹਨਾਂ ਵੱਲ ਦੇਖ ਕੇ ਉਹ ਵੀ ਕੁਝ ਨਾ ਕੁਝ ਕਰ ਸਕਦੇ ਨੇ। ਸੋ ਇਸੇ ਟੌਪਿਕ 'ਤੇ ਕਰਾਂਗੇ ਗੱਲ ਜੀ। ਹਾਂਜੀ ਮੈਮ, ਤੁਸੀਂ ਜਿੱਦਾਂ ਕਿਹਾ ਕਿ ਡੀਮੋਟੀਵੇਸ਼ਨ ਮੈਮ ਤੁਹਾਡੇ ਨਾਲ ਵੀ ਕਿਤੇ ਨਾ ਕਿਤੇ ਹਰ ਮੋੜ 'ਤੇ ਹੀ ਹੁੰਦੀ ਹੈ ਨਾ, ਹਰੇਕ ਨਾਲ ਹੁੰਦੀ ਹੈ। ਪਰ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਤੁਹਾਨੂੰ ਕਿ ਉਹਨਾਂ ਲੋਕਾਂ ਨੂੰ ਅਸੀਂ ਇਗਨੋਰ ਕਰਕੇ ਚੱਲਦੇ ਹਾਂ। ਅੱਜ ਤਾਂ ਹੀ ਅਸੀਂ ਇੱਥੇ ਖੜ੍ਹੇ ਹਾਂ ਤਾਂ ਉਹ ਕਿਤੇ ਹੋਰ ਹੀ ਬੈਠੇ ਨੇ ਹੈ ਨਾ ਮੈਮ। ਉਹ ਹਰ ਜਗ੍ਹਾ ਹੀ ਹੁੰਦਾ ਮੈਮ, ਚਾਹੇ ਉਹ ਪੜ੍ਹਾਈ ਦਾ ਖੇਤਰ ਹੋਵੇ ਜਾਂ ਫਿਰ ਉਹ ਆਪਣਾ ਖੇਡ ਨੂੰ ਲੈ ਕੇ ਹੋਵੇ ਜਾਂ ਉਹ ਕਿਸੇ ਵੀ ਚੀਜ਼ ਦੇ ਵਿੱਚ। ਅੱਜ ਕੱਲ੍ਹ ਆਪਾਂ ਮੈਮ ਜਿਹੜੀ ਵੀ ਚੀਜ਼ 'ਚ ਚੱਲ ਜਾਈਏ, ਮੇਰਾ ਮੰਨਣਾ ਇਹ ਆ ਕਿ ਕੰਪੀਟੀਸ਼ਨ ਹਰ ਜਗ੍ਹਾ ਆ ਤੇ ਹਰ ਕੋਈ ਤੁਹਾਡੀ ਸੀਟ ਨੂੰ ਛੀਨਣ ਵਾਸਤੇ ਤਿਆਰ ਬੈਠਾ ਆ ਹੈ ਨਾ। ਕਿਸੇ ਨਾ ਕਿਸੇ ਤਰ੍ਹਾਂ ਡੀਮੋਟੀਵੇਸ਼ਨ ਕਰਕੇ ਤੁਹਾਨੂੰ ਡਿਪਰੈਸ ਕਰਕੇ ਤੇ ਉਹ ਚਾਹੁੰਦਾ ਆ ਕਿ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਨੀਚੇ ਆਵੇ ਤਾਂ ਅਸੀਂ ਉੱਪਰ ਜਾਈਏ ਹੈ ਨਾ। ਪਰ ਤੁਹਾਡੀ ਵਿਲ ਪਾਵਰ, ਤੁਹਾਡੀ ਮਿਹਨਤ, ਤੁਹਾਡੀ ਦਿਨਚਰਿਆ ਕਿੱਦਾਂ ਤੁਸੀਂ ਸਟਾਰਟ ਕਰਦੇ ਹੋ, ਕਿੱਦਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਵਿਚਰਦੇ ਹੋ ਹੈ ਨਾ, ਤੇ ਇਹ ਤੁਹਾਨੂੰ ਬਹੁਤ ਮਜ਼ਬੂਤ ਬਣਾਉਂਦੀ ਆ। ਤੇ ਜਦੋਂ ਤੁਹਾਨੂੰ ਇਹ ਮਜ਼ਬੂਤ ਬਣਾਉਂਦੀ ਆ ਫਿਰ ਤੁਸੀਂ ਜਿਹੜੇ ਤੁਹਾਨੂੰ ਡੀਮੋਟੀਵੇਸ਼ਨ ਕਰਦੇ ਆ, ਤੁਸੀਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ, ਫਿਰ ਤੁਸੀਂ ਆਪਣੇ ਲਕਸ਼ਾਂ ਵੱਲ ਧਿਆਨ ਦਿੰਦੇ ਹੋ। ਜਦੋਂ ਤੁਹਾਡੇ ਲਕਸ਼ ਪੂਰੇ ਹੋ ਜਾਂਦੇ ਆ ਫਿਰ ਉਹ ਤੁਹਾਨੂੰ ਆਣ ਕੇ ਖੁਦ ਵਧਾਈਆਂ ਦਿੰਦੇ, ਤੁਹਾਡੇ ਗਲਾਂ 'ਚ ਹਾਰ ਪਾਉਂਦੇ ਆ। ਉਹ ਵੀ ਇਸ ਗੱਲ ਨੂੰ ਜਾਣ ਕੇ ਕਿ ਅੱਜ ਜਿਹੜੇ ਬੱਚੇ ਨੂੰ ਅਸੀਂ ਜਾਂ ਕਿਸੇ ਨੂੰ ਵੀ ਅਸੀਂ ਗਿਰਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਫਿਰ ਵੀ ਉੱਠਿਆ। ਜੀ ਬਿਲਕੁਲ। ਤੁਹਾਡੀ ਇੰਨੀ ਮਿਹਨਤ ਹੈ, ਇੰਨੀ ਤੁਸੀਂ ਮਤਲਬ ਸਟਰਗਲ ਕੀਤੀ ਹੈ, ਸਰਕਾਰ ਨੇ ਕੋਈ ਤੁਹਾਨੂੰ ਮਤਲਬ ਹੈਲਪ ਦਿੱਤੀ ਹੋਵੇ, ਕੋਈ ਕੈਸ਼ ਦਿੱਤਾ ਹੋਵੇ ਜਾਂ ਕੋਈ ਸਰਕਾਰੀ ਅਹੁਦੇ ਤੁਹਾਨੂੰ ਮਿਥਿਆ ਹੋਵੇ? ਨਹੀਂ ਮੈਮ, ਹਜੇ ਤੱਕ ਸਰਕਾਰਾਂ ਨੇ ਤਾਂ ਇਹ ਲਾਰੇ ਤੇ ਲਾਰਾ ਹੀ ਲਾਇਆ ਆ। ਹਾਲੇ ਤੱਕ ਤਾਂ ਕੋਈ ਸਰਕਾਰ ਵੱਲੋਂ ਕੋਈ ਇੱਦਾਂ ਦੀ ਸਹਾਇਤਾ ਨਹੀਂ ਹੋਈ ਕਿਉਂਕਿ ਇੰਟਰਨੈਸ਼ਨਲ ਲੈਵਲ ਤੱਕ ਖੇਡੇ ਹੋਏ ਆ ਤੇ ਸਰਕਾਰ ਨੇ ਹਜੇ ਤੱਕ ਕੋਈ ਵੀ ਇੱਦਾਂ ਦੀ ਹੈਲਪ ਨਹੀਂ ਕੀਤੀ। ਹੁਣ ਜਿੱਦਾਂ ਕਿ ਭਗਵੰਤ ਮਾਨ, ਆਮ ਆਦਮੀ ਪਾਰਟੀ ਸਰਕਾਰ ਆਈ ਆ, ਚਲੋ ਤੁਹਾਡੇ ਮਾਧਿਅਮ ਦੇ ਨਾਲ ਹੁਣੀ ਭਗਵੰਤ ਮਾਨ ਜੀ ਦੀ ਮੈਰਿਜ ਹੋਈ ਆ, ਉਹਨਾਂ ਨੂੰ ਵੀ ਸ਼ੁਭ ਕਾਮਨਾਵਾਂ ਦਿੰਦਾ ਮੈਰਿਜ ਦੀਆਂ ਵੀ ਹੈ ਨਾ। ਤੇ ਉਸ ਤੋਂ ਬਾਅਦ ਉਹਨਾਂ ਨੇ ਹੁਣ ਆਪਣੇ ਮੰਤਰੀਆਂ ਦਾ ਵੀ ਵਿਸਤਾਰ ਕੀਤਾ, ਜਿੱਦਾਂ ਮੀਤ ਹੇਅਰ ਜੀ ਸਪੋਰਟਸ ਮੰਤਰੀ ਬਣੇ ਆ ਹੈ ਨਾ। ਤੇ ਉਹਨਾਂ ਨੂੰ ਸਾਰਾ ਕੁਝ ਪਤਾ ਹੀ ਆ, ਉਹਨਾਂ ਨੂੰ ਮੌਕੇ 'ਤੇ ਸਭ ਕੁਝ ਟਿਊਟ ਕਰਦਾ ਰਹਿਣਾ। ਜਿੰਨੀ ਵੀ ਇੰਟਰਵਿਊਜ਼ ਹੁੰਦੀਆਂ 4 ਮਹੀਨੇ ਤੋਂ ਲਗਾਤਾਰ ਚੱਲ ਰਹੀਆਂ ਹੈ ਨਾ। ਪਰ ਦੇਖੋ ਹਜੇ ਤੱਕ ਆਮ ਆਦਮੀ ਸਰਕਾਰ ਵੀ ਸੁੱਤੀ ਪਈ ਆ। ਉਸ ਤੋਂ ਪਹਿਲਾਂ ਅਕਾਲੀ ਦਲ ਸਰਕਾਰ ਸੀ, ਜਦੋਂ ਆਪਾਂ ਵਰਲਡ ਕੱਪ ਜਿੱਤ ਕੇ ਆਏ ਆ 2014 ਦੇ ਵਿੱਚ, ਤੇ ਬਾਦਲ ਸਰਕਾਰ ਨੂੰ ਫਾਈਲ ਭੇਜੀ, ਖੁਦ ਬਾਦਲ ਸਰ ਨੂੰ ਮਿਲਿਆ, ਫਾਈਲ ਦਿੱਤੀ ਹੈ ਨਾ, ਤੇ ਉਦੋਂ ਵੀ ਕੁਝ ਨਹੀਂ ਹੋਇਆ। ਫਿਰ ਉਸ ਤੋਂ ਬਾਅਦ ਕਾਂਗਰਸ ਸਰਕਾਰ ਆ ਗਈ, ਕੈਪਟਨ ਸਰ ਨੂੰ ਗੱਲ ਹੁੰਦੀ ਰਹੀ ਜਾਂ ਸੋਢੀ ਸਰ ਨਾਲ ਗੱਲ ਹੁੰਦੀ ਰਹੀ। ਫਿਰ ਉਸ ਤੋਂ ਬਾਅਦ ਪ੍ਰਗਟ ਸਿੰਘ ਜੀ ਆਏ, ਪ੍ਰਗਟ ਸਿੰਘ ਜੀ ਨੂੰ ਵੀ ਫਾਈਲ ਦਿੱਤੀ, ਰਿਕਮੈਂਡ ਕੀਤੀ, ਤਾਂ ਵੀ ਕੁਝ ਨਹੀਂ ਹੋਇਆ ਹੈ ਨਾ। ਇੱਕ ਇੰਟਰਨੈਸ਼ਨਲ ਪਲੇਅਰ ਹੋਣ ਦੇ ਨਾਤੇ ਮੇਰੇ ਨਾਲ ਇਹ ਸਭ ਕੁਝ ਹੋ ਰਿਹਾ 6-7 ਸਾਲਾਂ ਤੋਂ। ਤੇ ਹੁਣ ਆਮ ਆਦਮੀ ਪਾਰਟੀ ਆਈ ਆ ਤੇ ਉਹਨਾਂ ਨੂੰ ਵੀ ਬਕਾਇਦਾ ਸਾਰਾ ਕੁਝ ਲਿੰਕ ਕੀਤਾ, ਜੋ ਵੀ ਸਾਰਾ ਕੁਝ ਉਹਨਾਂ ਨੇ ਮੰਗਿਆ ਸੀ ਸਭ ਕੁਝ ਦਿੱਤਾ। ਪਰ ਹਜੇ ਤੱਕ ਮੈਨੂੰ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਵੀ ਕੁਝ ਕਰ ਪਾ ਰਹੀ ਹੈ ਕਿਉਂਕਿ ਉਹ ਕਹਿੰਦੇ ਆ ਕਿ ਅਸੀਂ ਕੰਮ ਕਰ ਰਹੇ ਹਾਂ ਹੈ ਨਾ। ਤੇ ਸਾਨੂੰ ਕਿਤੇ ਵੀ ਨਹੀਂ ਨਜ਼ਰ ਆ ਰਿਹਾ ਕਿ ਉਹ ਕੀ ਕੰਮ ਕਰ ਰਹੇ ਆ ਹੈ ਨਾ।
ਤੇ ਮੈਨੂੰ ਤਾਂ ਲੱਗਦਾ ਉਹ ਵੀ ਡੀਮੋਟੀਵੇਟ ਹੀ ਕਰਨ ਤੇ ਲੱਗੇ ਹੋਏ, ਜਿੱਦਾਂ ਅੱਜ ਤੁਹਾਡਾ ਟੌਪਿਕ ਹੈ ਨਾ। ਤੇ ਮੈਨੂੰ ਲੱਗਦਾ ਹੁਣ ਵੀ ਸਰਕਾਰਾਂ ਮੈਨੂੰ ਡੀਮੋਟੀਵੇਸ਼ਨ ਕਰਨ ਤੇ ਹੀ ਲੱਗੀਆਂ ਹੋਈਆਂ, ਕਿਉਂਕਿ ਮੈਨੂੰ ਕੋਈ ਹਜੇ ਤੱਕ ਰਿਸਪੌਂਸ ਨਹੀਂ ਮਿਲਿਆ ਗੌਰਮੈਂਟ ਵੱਲੋਂ, ਨਾ ਜੋਬਸ ਨੂੰ ਲੈ ਕੇ ਨਾ ਕਿਸੇ ਹੋਰ ਫੈਸਿਲਿਟੀਜ਼ ਨੂੰ ਲੈ ਕੇ। ਵੈਸੇ ਸਰਕਾਰ ਕਹਿੰਦੀ ਆ ਕਿ ਅਸੀਂ ਸਪੋਰਟਸ ਨੂੰ ਵੀ ਉਹੀ ਫੈਸਿਲਿਟੀਜ਼ ਦੇਵਾਂਗੇ ਜਿਹੜੀ ਆਪਾਂ ਸਾਰਿਆਂ ਨੂੰ ਦਿੰਦੇ ਆ ਰਹੇ ਹਾਂ, ਹੈ ਨਾ। ਤੇ ਮੈਨੂੰ ਕੋਈ ਫੈਸਿਲਿਟੀਜ਼ ਨਹੀਂ ਮਿਲੀ। ਮੈਂ ਸਰਕਾਰ ਦੀਆਂ ਫੈਸਿਲਿਟੀਆਂ ਤੋਂ ਹਜੇ ਤੱਕ ਪੂਰੀ ਤਰ੍ਹਾਂ ਦੇ ਨਾਲ ਵਾਂਝਾ ਆ। ਤੇ ਕੀ ਕਹਿਣਾ ਚਾਹੋਗੇ, ਕਿਉਂਕਿ ਹਰ ਇਨਸਾਨ ਦੀ ਕੋਈ ਆਪਣੀ ਇੱਛਾ ਹੁੰਦੀ ਹੈ, ਕੁਛ ਅਗਲਾ ਪਲਾਨ ਹੁੰਦਾ ਹੈ, ਫਿਊਚਰ ਪਲੈਨਿੰਗ ਕੀ ਹੈ? ਮੈਮ ਫਿਊਚਰ ਪਲੈਨਿੰਗ ਇਹੀ ਆ ਕਿ ਮੈਂ ਆਪਣੀ ਇੱਕ ਹੁਣ ਅਕੈਡਮੀ ਸ਼ੁਰੂ ਕਰਨ ਜਾ ਰਿਹਾ, ਜਿਹਦੇ ਵਿੱਚ ਮੈਂ ਸਾਰੇ ਡਿਸਿਪਲ ਨੂੰ ਪ੍ਰਸ਼ਿਕਸ਼ਨ ਦਿਆ ਕਰਾਂਗਾ। ਤੇ ਹੋਰ ਇੱਕ ਹੋਸਟਲ ਬਣਾ ਰਹੇ ਆ, ਉਹਦੇ ਉੱਤੇ ਵੀ ਕੰਮ ਚੱਲ ਰਿਹਾ ਆ, ਹੈ ਨਾ। ਤੇ ਉਹ ਵੀ ਪਰਮਾਤਮਾ ਦੀ ਦਇਆ ਦੇ ਨਾਲ ਜਲਦੀ ਬਾਬੇ ਦੀ ਦਇਆ ਨਾਲ ਪੂਰਾ ਹੋ ਜਾਵੇ, ਹੈ ਨਾ। ਤੇ ਹੋਰ ਜਿਹੜੇ ਫਿਊਚਰ ਪਲੈਨਿੰਗ ਆ ਕਿ ਜਿੱਦਾਂ ਅਸੀਂ ਆਪਣੀ ਸਟੇਟ ਦੀ ਸੇਵਾ ਕੀਤੀ ਹੈ, ਆਪਣੀ ਕੰਟਰੀਜ਼ ਦੀ ਸੇਵਾ ਕੀਤੀ ਆ, ਕੋਈ ਪੰਜਾਬ ਦੇ ਵਿੱਚੋਂ ਇੱਕ ਦੋ ਹੋਰ ਪਲੇਅਰ ਦੀ ਜੋ ਅੱਗੇ ਚੱਲ ਕੇ ਆਪਣੀ ਸਟੇਟ ਦੀ ਸੇਵਾ ਤਾਂ ਕਰਨ ਤੇ ਆਪਣੀ ਕੰਟਰੀਜ਼ ਦੀ ਵੀ ਸੇਵਾ ਕਰ ਸਕਣ। ਸੋ ਬਹੁਤ ਅੱਛੀ ਸੋਚ ਹੈ, ਬੜੇ ਨਿੱਘੇ ਸੁਭਾਅ ਦੇ ਮਾਲਿਕ ਨੇ ਸਾਡੇ ਤਜਿੰਦਰਪਾਲ ਜੀ। ਸੋ ਦੇਖੋ ਕਿੰਨੀ ਅੱਛੀ ਸੋਚ ਹੈ, ਉਹਨਾਂ ਨੇ ਆਪਣੇ ਨਾਲ ਦੂਸਰਿਆਂ ਦਾ ਵੀ ਸੋਚਿਆ ਹੈ ਕਿ ਉਹ ਅਕੈਡਮੀ ਖੋਲ੍ਹਣ ਜਾ ਰਹੇ ਨੇ, ਔਰ ਉਹਨਾਂ ਦੇ ਨਾਲ ਉਹਨਾਂ ਦੀ ਹੈਲਪ ਕੌਣ ਕਰ ਰਿਹਾ ਉਹ ਜ਼ਰੂਰ ਪੁੱਛਾਂਗੇ ਜੀ। ਹਾਂਜੀ ਮੈਮ, ਜਿਹੜੀ ਆਪਾਂ ਹੋਸਟਲ ਤੇ ਅਕੈਡਮੀ ਖੋਲ੍ਹਣ ਜਾ ਰਹੇ ਆ, ਸਪੋਂਸਰਾਂ ਦੇ ਸਿਰ ਤੇ ਹੀ ਹੋਏਗੀ, ਹੈ ਨਾ। ਹਜੇ ਤੱਕ ਤਾਂ ਸਪੋਂਸਰ ਨਹੀਂ ਮਿਲੇ, ਪਰ ਲੱਭ ਰਹੇ ਆ। ਤੇ ਜਲਦੀ ਜਿੱਦਾਂ ਹੀ ਕੰਮ ਸ਼ੁਰੂ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਇਹ ਛੋਟੀ ਜਿਹੀ ਜਰਨੀ ਜਿਹੜੀ ਮੈਂ ਸਟਾਰਟ ਕਰਨ ਜਾ ਰਹੇ ਹਾਂ ਅਸੀਂ, ਤੇ ਉਹਦੇ ਵਿੱਚ ਸਾਡੇ ਨਾਲ ਬਹੁਤ ਸਾਰੇ ਯਾਤਰੀ ਜੁੜਨਗੇ ਤੇ ਜਿਹੜੀ ਸਾਡੀ ਜਰਨੀ ਆ ਇਹਨੂੰ ਸਫਲ ਕਰਨਗੇ। ਤੁਸੀਂ ਆਪਣੀ ਜਰਨੀ ਨਾਲ ਤੁਸੀਂ ਕਿਹਾ ਕਿ ਤੁਹਾਨੂੰ ਸਪਾਂਸਰ ਚਾਹੀਦੇ ਨੇ, ਤੁਸੀਂ ਆਪਣਾ ਦੱਸ ਸਕਦੇ ਹੋ ਮੋਬਾਈਲ ਨੰਬਰ, ਤਾਂ ਕਿ ਜਿਹੜੇ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਘੱਟੋ ਘੱਟ ਤੁਹਾਨੂੰ ਕੰਟੈਕਟ ਕਰ ਸਕਣ? ਹਾਂਜੀ ਮੈਮ, ਜਿਹੜੇ ਵੀ ਸਾਡੀ ਇਸ ਜਰਨੀ ਦੇ ਵਿੱਚ ਜੁੜਨਾ ਚਾਹੁੰਦੇ ਨੇ, ਸਾਡਾ ਕੰਟੈਕਟ ਨੰਬਰ ਹੈ ਮੈਮ 9780525073। ਤੇ ਕ੍ਰਿਕਟ ਐਸੋਸੀਏਸ਼ਨ ਫੋਰ ਦਾ ਬਲਾਈਂਡ ਇਨ ਪੰਜਾਬ ਇਹਦੇ ਵਾਸਤੇ ਵਰਕ ਕਰ ਰਹੀ ਆ। ਜਿਹੜੀ ਸਾਡੀ ਕ੍ਰਿਕਟ ਐਸੋਸੀਏਸ਼ਨ ਆ ਉਹ ਇਹਦੇ ਵਾਸਤੇ ਵਰਕ ਕਰ ਰਹੀ ਆ, ਤੇ ਅਸੀਂ ਜਿੰਨੀ ਵੀ ਪ੍ਰਤਿਭਾ ਪੰਜਾਬ ਦੇ ਵਿੱਚ ਛੁਪੀ ਹੋਈ ਆ ਉਹਨੂੰ ਕੱਢ ਕੇ ਬਾਹਰ ਲਿਆਵਾਂਗੇ, ਤੇ ਉਹ ਆਪਣੀ ਸਟੇਟ ਦੀ ਸੇਵਾ ਤੇ ਆਪਣੀ ਕੰਟਰੀਜ਼ ਦੀ ਸੇਵਾ ਜੀ। ਤਜਿੰਦਰਪਾਲ ਜੀ, ਪਤਾ ਕਿਵੇਂ ਲੱਗਦਾ ਹੈ ਕਿ ਬਾਲ ਆ ਰਹੀ ਹੈ, ਬਾਲ ਅਸੀਂ ਖੇਡਣੀ ਹੈ? ਹਾਂਜੀ ਮੈਮ, ਜਿਹੜੀ ਇਹ ਬਹੁਤ ਵਧੀਆ ਗੱਲ ਪੁੱਛੀ ਤੁਸੀਂ। ਇਹ ਬਲਾਈਂਡ ਕ੍ਰਿਕਟ ਦੇ ਵਿੱਚ ਕੁਝ ਲੋਕਾਂ ਨੂੰ ਨਹੀਂ ਪਤਾ ਹੁੰਦੀ ਬੇਸਿਕਲੀ। ਤੇ ਮੈਮ ਇਹ ਜਿਹੜੀ ਬਾਲ ਹੁੰਦੀ ਹੈ ਪਲਾਸਟਿਕ ਫਾਈਬਰ ਦੀ ਬਣੀ ਹੁੰਦੀ ਆ। ਦੇਖੋ ਸਾਈਕਲ ਦੀਆਂ ਗੋਲੀਆਂ ਪਈਆਂ ਹੁੰਦੀਆਂ ਉਹਦੇ ਵਿੱਚ, ਤੇ ਇਹਦੀ ਸਾਊਂਡ ਤੋਂ ਜਿਹੜੇ V1 ਪਲੇਅਰਸ ਹੁੰਦੇ ਉਹਨਾਂ ਨੂੰ ਇਹਦੀ ਸਾਊਂਡ ਤੋਂ ਪਤਾ ਲੱਗਦਾ ਹੈ ਕਿ ਬਾਲ ਇਸ ਰਸਤੇ ਆ ਰਹੀ ਆ, ਇੱਧਰ ਜਾਂ ਆਫ ਸਾਈਡ 'ਤੇ ਆ ਰਹੀ ਆ, ਜਾਂ ਲੈਗ ਸਾਈਡ 'ਤੇ ਆ ਰਹੀ ਆ, ਜਾਂ ਮਿਡਲ 'ਤੇ ਆ ਰਹੀ ਆ। ਉਹ ਇਹਦੀ ਸਾਊਂਡ ਨੂੰ ਸੁਣ ਕੇ ਹੀ ਆਪਣਾ ਸ਼ਾਟ ਖੇਲਦੇ ਨੇ। ਔਰ ਇਹਦੇ ਵਿੱਚ ਇੱਕ ਰੂਲ ਰੈਗੂਲੇਸ਼ਨ ਹੈ, ਜਿੱਦਾਂ ਨੋਰਮਲ ਸਪੋਰਟਸ ਦੇ ਵਿੱਚ ਬਾਲ, ਕ੍ਰਿਕਟ ਦੇ ਵਿੱਚ ਬਾਲ ਇੱਦਾਂ ਹੁੰਦੀ ਆ, ਇਹਦੇ ਵਿੱਚ ਅੰਡਰ ਆਰਮ ਹੁੰਦੀ ਆ, ਤੇ ਫਾਸਟ ਉਨੀ ਹੁੰਦੀ ਆ ਜਿੰਨੀ ਆਪਣੀ ਸ਼ਮਤਾ ਦੇ ਅਨੁਸਾਰ ਕਰ ਸਕਦਾ ਬੋਲਰ। ਤੇ ਬਾਕੀ ਪਿਚਿਸ ਸੇਮ ਹੁੰਦੀ ਆ, ਬਾਉਂਡਰੀਆਂ ਸੇਮ ਹੁੰਦੀਆਂ, ਤੇ ਬਾਕੀ ਸਾਰਾ ਕੁਝ ਸੇਮ ਹੁੰਦਾ, ਸਾਰਾ ਵੈਨਿਊ ਸੇਮ ਹੁੰਦਾ, ਤੇ ਬਸ ਬੋਲ ਦੇ ਵਿੱਚ ਅੰਤਰ ਹੁੰਦਾ। ਤਾਂ ਬੋਲ ਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਤਲਬ ਇਹਦੇ ਵਿੱਚ ਕ੍ਰਿਕਟ ਦੇ ਵਿੱਚ ਇਸ ਚੀਜ਼ ਬਾਰੇ ਮੈਂਸ਼ਨ ਹੋ ਜਾਂਦਾ, ਪਤਾ ਲੱਗ ਜਾਂਦਾ ਇਸ ਬਾਲ ਤੋਂ। ਹੋਰ ਵੀ ਕਾਫੀ ਗੱਲਾਂ ਦਾ ਤੁਸੀਂ ਸਾਹਮਣਾ ਕੀਤਾ ਹੋਏਗਾ, ਉਹਨਾਂ ਗੱਲਾਂ ਬਾਰੇ ਚਾਨਣਾ ਪਾਓ। ਹਾਂਜੀ ਮੈਮ, ਥੋੜ੍ਹਾ ਬਹੁਤ ਜਿੱਦਾਂ ਤੁਸੀਂ ਕਿਹਾ ਕਿ ਹੋਰ ਵੀ ਬਹੁਤ ਚੀਜ਼ਾਂ ਇਸ ਬਲਾਈਂਡ ਕ੍ਰਿਕਟ ਦੇ ਨਾਲ ਜੁੜੀਆਂ ਹੁੰਦੀਆਂ। ਕੁਛ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਕਿ ਬਲਾਈਂਡ ਕ੍ਰਿਕਟ ਹੁੰਦਾ ਹੈ ਕਿ ਨਹੀਂ ਹੁੰਦਾ, ਹੈ ਨਾ। ਹੁਣ ਜਿੱਦਾਂ ਲੋਕਾਂ ਦੇ ਵਿੱਚ ਜਾਗਰੂਕਤਾ ਆਈ ਹੈ, ਸੋਸ਼ਲ ਮੀਡੀਆ 'ਤੇ ਇਹਦਾ ਪ੍ਰਾਵਧਾਨ ਵਧਿਆ ਆ, ਤੇ ਲੋਕਾਂ ਨੂੰ ਬਹੁਤ ਕੁਝ ਪਤਾ ਚੱਲਿਆ। ਹੁਣ ਜਿੱਦਾਂ ਤੁਸੀਂ ਹੋ, ਦੇਖੋ ਹੁਣ ਤੁਸੀਂ ਵੀ ਇੰਟਰਵਿਊਜ਼ ਕਰ ਰਹੇ ਹੋ ਡਿਸੇਬਲ ਪਲੇਅਰਸ ਦੇ ਆਣ ਕੇ, ਜਿਨ੍ਹਾਂ ਨੇ ਆਪਣੀ ਕੰਟਰੀਜ਼ ਦੀ ਸੇਵਾ ਕੀਤੀ, ਆਪਣੀ ਸਟੇਟ ਦੀ ਸੇਵਾ ਕੀਤੀ, ਹੈ ਨਾ। ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਸੀ ਜੀ, ਅੱਜ ਕੱਲ੍ਹ ਲੋਕ ਦੇਖ ਰਹੇ ਆ ਤਾਂ ਲੋਕਾਂ ਨੂੰ ਪਤਾ ਲੱਗ ਰਿਹਾ ਜੀ। ਤੇ ਕੀ ਮੈਸੇਜ ਦੇਣਾ ਚਾਹੋਗੇ ਆਉਣ ਵਾਲੀ ਜਨਰੇਸ਼ਨ ਨੂੰ? ਹਾਂਜੀ ਮੈਮ, ਜਨਰੇਸ਼ਨ ਨੂੰ ਤਾਂ ਮੈਂ ਸਪੈਸ਼ਲੀ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਜੋ ਅੱਜ ਕੱਲ੍ਹ ਪੰਜਾਬ ਦੇ ਵਿੱਚ ਚੱਲ ਰਿਹਾ, ਇੱਕ ਗੈਂਗਸਟਰਵਾਦ ਨੂੰ ਲੈ ਕੇ, ਦੂਜਾ ਨਸ਼ੇਵਾਦ ਨੂੰ ਲੈ ਕੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹੋ, ਹੈ ਨਾ। ਤੇ ਸਵੇਰੇ ਤੇ ਸ਼ਾਮ ਘੱਟ ਤੋਂ ਘੱਟ ਨਹੀਂ 1 ਘੰਟਾ ਜ਼ਰੂਰ ਗਰਾਊਂਡ 'ਤੇ ਜਾਓ, ਜਿਹਦੇ ਨਾਲ ਤੁਹਾਡਾ ਜਿਹੜੀ ਮਾਈਂਡ ਦੀ ਵਿਲ ਪਾਵਰ ਹੈ ਉਹ ਤਾਂ ਵਧੇਗੀ, ਹੈ ਨਾ। ਦੂਜਾ ਤੁਹਾਡਾ ਜਿਹੜਾ ਸੋਚਣ ਦਾ ਨਜ਼ਰੀਆ ਆ ਉਹ ਵਧੇਗਾ, ਹੈ ਨਾ। ਜਦੋਂ ਤੁਸੀਂ ਸੋਚਣ ਦਾ ਨਜ਼ਰੀਆ ਬਦਲੋਗੇ ਤਾਂ ਤੁਹਾਡੇ ਲਕਸ਼ ਆਉਣਗੇ। ਜਦੋਂ ਤੁਹਾਡੇ ਲਕਸ਼ ਬਣ ਗਏ ਤਾਂ ਫਿਰ ਤੁਸੀਂ ਉਹਨਾਂ ਲਕਸ਼ ਨੂੰ ਪੂਰਾ ਕਰਨ ਵਾਸਤੇ ਮਿਹਨਤ ਕਰੋਗੇ, ਤੇ ਫਿਰ ਆਪੇ ਜਿਹੜੇ ਗਲਤ ਰਾਹ ਹੁੰਦੇ ਆ ਆਪੇ ਬੰਦ ਹੋ ਜਾਂਦੇ, ਸਹੀ ਰਾਹ 'ਤੇ ਬੰਦਾ ਆਪੇ ਚੱਲਣ ਲੱਗ ਪੈਂਦਾ, ਹੈ ਨਾ।
ਸੋ ਦੋਸਤੋ ਬਿਲਕੁਲ ਸਹੀ ਗੱਲ ਹੈ। ਕਹਿੰਦੇ ਨੇ ਜਦੋਂ ਤੁਸੀਂ ਕੋਈ ਟੀਚਾ ਮਿੱਥ ਲੈਂਦੇ ਹੋ, ਜਦੋਂ ਕੋਈ ਤੁਸੀਂ ਮਤਲਬ ਇੱਕ ਟੀਚਾ ਥਾਣ ਲੈਂਦੇ ਹੋ ਕਿ ਇਸ ਜਗ੍ਹਾ ਤੇ ਪਹੁੰਚਣਾ ਹੈ, ਫਿਰ ਚਾਹੇ ਜਿੰਨਾ ਮਰਜੀ ਵੱਡਾ ਪਹਾੜ ਆ ਜਾਏ, ਜਿੰਨੀ ਵੱਡੀ ਮਰਜੀ ਮੁਸੀਬਤ ਆ ਜਾਏ, ਬੰਦਾ ਹਮੇਸ਼ਾ ਪਾਰ ਕਰਦਾ ਹੈ। ਸੋ ਬਿਲਕੁਲ ਬਣੇ ਰਹੋ ਜੀ ਸੈਂਟਸ ਆਫ ਦ ਟਾਈਮਸ ਨਾਲ। ਮੈਂ ਹਾਂ ਕੋਮਲ, ਕੈਮਰਾਮੈਨ ਵਿਨੋਦ ਦੇ ਨਾਲ।